दूसरे गुरु पंदर लिखिया है, जाग लिहो रे मना जाग लिहो, कहाँ गाफल सोया। जो तन उपजिया संग ही, सो भी संग न होया। सत श्री अकाल बाबा जी, तुसीं आडियो शेयर कीती, बहुत ही नियारा उपदेश दिता। बाबा जी अखीर विच थोड़ी आवाज़ कट गई सी, किरपा करके पूरी कर देना जी। कोई अखर वध घट लिखिया गया होए तो मुआफ़ कर देना जी। आप जी नूं कोटान प्रणाम है। ਇਹ ਰਿਕਾਰਡਿੰਗ ਹੁਣ ਮੈਂ ਜਦੋਂ ਸੁਣੀ ਹੈ ਤਾਂ ਮੈਨੂੰ ਖਿਆਲ ਵਿੱਚ ਆਇਆ ਵੀ ਇਹ ਡੇਢ ਸਾਲ ਪੁਰਾਣੀ ਰਿਕਾਰਡਿੰਗ ਹੈ। ਤੇ ਫਿਰ ਦੂਸਰੀ ਗੱਲ ਇਹ ਵੀ ਖਿਆਲ ਵਿੱਚ ਆਈ ਵੀ ਉਸ ਸਮੇਂ ਵੀ ਸਰੋਤੇ ਤਕਰੀਬਨ ਇੰਨੇ ਕੁ ਹੀ ਸੁਣਨ ਵਾਲੇ ਹੋਣਗੇ, ਕਿਉਂਕਿ ਜਿੰਨੇ ਜਾਂਦੇ ਹਨ ਉਹਨੇ ਕਾ ਵੀ ਜਾਂਦੇ ਹਨ, ਪਰ ਕਿਸੇ ਨੇ ਇਹ ਨਹੀਂ ਕਿਹਾ ਹੈ ਵੀ ਕੁਛ ਅਧੂਰਾ ਰਹਿ ਗਿਆ ਹੈ ਬੋਲਣ ਤੋਂ, ਕੁਛ ਬੋਲਿਆ ਨਹੀਂ ਗਿਆ ਹੈ। ਕਿਸੇ ਨੇ ਵੀ ਨਹੀਂ ਸਵਾਲ ਉਠਾਇਆ, ਬਹੁਤਿਆਂ ਨੇ ਸੁਣੀ ਹੋਵੇਗੀ। ਇਹ ਜਿਨ੍ਹਾਂ ਦੇ ਖਿਆਲ ਵਿੱਚ ਆਇਆ ਹੈ ਵੀ ਕੁਛ ਬੋਲਿਆ ਨਹੀਂ ਗਿਆ ਹੈ, ਤੇ ਜੋ ਨਹੀਂ ਬੋਲਿਆ ਗਿਆ ਹੈ ਉਹ ਹੀ ਵਾਸਤਵਿਕ ਹੈ। ਇਸ ਕਾਰਨ ਹੀ ਨਹੀਂ ਬੋਲਿਆ ਗਿਆ ਹੈ ਸ਼ਾਇਦ। ਮੈਨੂੰ ਵੀ ਸੁਣ ਕੇ ਹੁਣੇ ਖਿਆਲ ਵਿੱਚ ਆਇਆ ਹੈ ਵੀ ਉਸ ਵਕਤ ਇਹ ਰਿਕਾਰਡਿੰਗ ਬੰਦ ਕਿਵੇਂ ਹੋ ਗਈ। ਫਿਰ ਖਿਆਲ ਵਿੱਚ ਆਇਆ ਵੀ ਜੋ ਵਾਸਤਵਿਕ ਸੀ ਉਹਨੂੰ ਬੋਲਿਆ ਨਹੀਂ ਸੀ ਜਾ ਸਕਦਾ, ਕਿਉਂਕਿ ਅਗਰ ਉਹ ਵੀ ਬੋਲਿਆ ਜਾਂਦਾ ਤਾਂ ਉਹਦੀ ਵਾਸਤਵਿਕਤਾ ਨਹੀਂ ਰਹਿ ਜਾਣੀ ਸੀ। ਹੁਣ ਖਿਆਲ ਵਿੱਚ ਇਸ ਢੰਗ ਨਾਲ ਲਓ, ਜਦੋਂ ਤੁਸੀਂ ਸੁਣਿਆ ਹੈ ਇਸ ਰਿਕਾਰਡਿੰਗ ਅੰਦਰ ਵੀ ਸਰੀਰ ਅਸੱਤ ਹੈ, ਝੂਠ ਹੈ, ਵੀ ਇਹਦੇ ਤੋਂ ਵੀ ਹਟਣਾ ਹੈ, ਸਰੀਰ ਵੀ ਤੁਹਾਡਾ ਨਹੀਂ ਹੈ। ਇਸੇ ਕਾਰਨ ਹੀ ਕਿਹਾ ਜਾਂਦਾ ਹੈ ਨਾ, ਤੁਸੀਂ ਸਰੀਰ ਵਿੱਚ ਆਏ ਤੇ ਸਰੀਰ ਨੂੰ ਛੱਡ ਕੇ ਜਾਓਗੇ। ਤਦੇ ਕਿਹਾ ਜਾਂਦਾ ਹੈ ਵੀ ਸਰੀਰ ਤੁਹਾਨੂੰ ਮਿਲਿਆ, ਜਿਵੇਂ ਮੋਟਰ ਗੱਡੀ ਤੁਹਾਨੂੰ ਮਿਲੀ ਹੈ ਯਾਤਰਾ ਕਰਨ ਵਾਸਤੇ, ਇੱਦਾਂ ਸਰੀਰ ਯਾਤਰਾ ਕਰਨ ਵਾਸਤੇ ਮਿਲਿਆ ਸੰਸਾਰ ਦੀ। ਤੇ ਸਰੀਰ ਤੁਹਾਡਾ ਨਹੀਂ ਹੈ ਨਾ, ਜਿਵੇਂ ਮੋਟਰ ਗੱਡੀ ਤੁਹਾਡੀ ਨਹੀਂ ਹੈ। ਪਰ ਮੋਟਰ ਗੱਡੀ ਨੂੰ ਤੁਸੀਂ ਸਮਝ ਲੈਂਦੇ ਹੋ ਸਾਡੀ ਨਹੀਂ ਹੈ, ਕਿਉਂਕਿ ਅਲੱਗਾ ਹੋ ਜਾਂਦੇ ਹੋ ਮੋਟਰ ਗੱਡੀ ਤੋਂ। ਜਦੋਂ ਚਲਾਉਂਦੇ ਹੋ ਉਦੋਂ ਹੀ ਡਰਾਈਵਿੰਗ ਕਰਦੇ ਹੋ ਜਾਂ ਬੈਠਦੇ ਹੋ। ਪਰ ਇਸ ਸਰੀਰ ਦੇ ਅੰਦਰ ਤੇ ਲਗਾਤਾਰ ਹੀ ਤੁਸੀਂ ਬੈਠੇ ਹੋ।
ਤੇ ਹੌਲੀ ਹੌਲੀ ਤੁਹਾਨੂੰ ਖਿਆਲ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਵੀ ਸਟੀਅਰਿੰਗ ਸਾਡੇ ਹੱਥ ਵਿੱਚ, ਇਸ ਗੱਡੀ ਦਾ, ਸਰੀਰ ਰੂਪੀ ਦਾ। ਇਹਨੂੰ ਰੱਥ ਵੀ ਕਿਹਾ ਹੈ, ਕਲਯੁਗ ਰੱਥ ਅਗਨ ਕਾ ਕੂੜ ਅੱਗੇ ਰਥਵਾ। ਇਹ ਕਹਿੰਦੇ ਜਿਹੜਾ ਰੱਥ ਹੈ ਨਾ, ਇਹਦੇ ਵਿੱਚ ਤ੍ਰਿਸ਼ਨਾ ਬਹੁਤ ਹੈ। ਕਲਯੁਗ ਅਗਨ, ਤ੍ਰਿਸ਼ਨਾ ਨੂੰ ਅਗਨ ਕਿਹਾ ਹੈ। ਤ੍ਰਿਸ਼ਨਾ ਬਹੁਤ ਜ਼ਿਆਦਾ ਹੈ, ਜੋ ਕਿ ਸਮੇਂ 'ਚ ਤੁਸੀਂ ਦੇਖੋ ਚਾਹਤਾਂ ਦੇ ਨਾਲ ਲੋਕ ਭਰੇ ਪਏ ਹਨ। ਬਹੁਤ ਵਾਸ਼ਨਾ ਹੈ। ਕੂੜ ਅੱਗੇ ਰਥਵਾ, ਝੂਠ। ਰਥਵਾਨ ਬਣਿਆ ਬੈਠਾ ਹੈ, ਝੂਠ ਚਲਾ ਰਿਹਾ ਹੈ ਇਸ ਰੱਥ ਨੂੰ, ਸਰੀਰ ਨੂੰ। ਤੁਸੀਂ ਨਹੀਂ ਚੱਲ ਰਹੇ ਹੋ, ਸੰਸਾਰ ਚਲਾ ਰਿਹਾ ਹੈ ਤੁਹਾਡੇ ਸਰੀਰ ਨੂੰ, ਝੂਠ ਚਲਾ ਰਿਹਾ ਹੈ। ਜਗ ਰਚਨਾ ਸਭ ਝੂਠ ਹੈ। ਤੇ ਸਰੀਰ ਨੂੰ ਝੂਠ ਚਲਾ ਰਿਹਾ ਹੈ, ਤੇ ਸਰੀਰ ਵੀ ਝੂਠ ਹੈ। ਅਸਤ ਹੈ ਤਦੇ ਤੇ ਮਿਟ ਜਾਂਦਾ ਹੈ। ਕਿਹਾ ਹੈ ਨਾ, ਦ੍ਰਿਸ਼ਟਮਾਨ ਹੈ ਸਗਲ ਬਥੇ, ਵੀ ਜੋ ਵੀ ਦਿਖ ਰਿਹਾ ਉਹ ਮਿਥਿਆ ਹੈ। ਤੇ ਫਿਰ ਤੁਹਾਨੂੰ ਜੋ ਨਹੀਂ ਕਿਹਾ ਗਿਆ ਹੈ ਅਖੀਰ ਵਿੱਚ ਰਿਕਾਰਡਿੰਗ ਦੇ, ਉਸ ਤੋਂ ਪਹਿਲਾਂ ਸਮਝਣ ਤੋਂ ਇਹ ਗੱਲ ਸਮਝ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਕਿ ਜਿਹੜਾ ਬੋਲ ਰਿਹਾ ਹੈ ਉਹ ਵੀ ਤਾਂ ਸਰੀਰ ਅੰਦਰੋਂ ਹੀ ਬੋਲ ਰਿਹਾ ਹੈ। ਉਹ ਵੀ ਸਰੀਰ ਦਾ ਸੰਗ ਕਰਕੇ ਹੀ ਬੋਲ ਰਿਹਾ ਹੈ। ਤੇ ਜਿਹੜਾ ਉਹ ਬੋਲ ਰਿਹਾ ਹੈ ਉਹ ਕਿਵੇਂ ਸੱਤ ਹੋ ਗਿਆ? ਜੋ ਵੀ ਬੋਲਿਆ ਜਾਂਦਾ ਹੈ ਉਹ ਸੱਤ ਦੇ ਸੰਬੰਧ ਵਿੱਚ ਬੋਲਿਆ ਜਾਂਦਾ ਹੈ, ਜਾਂ ਸੱਤ ਵੱਲ ਨੂੰ ਜਾਣ ਵਾਸਤੇ ਬੋਲਿਆ ਜਾਂਦਾ ਹੈ। ਲੇਕਿਨ ਉਸ ਬੋਲਣ ਦੇ ਵਿੱਚ, ਜਾਂ ਕਹਿ ਲਾ ਮੈਂ ਆਹ ਬੋਲਣ ਦੇ ਵਿੱਚ ਸੱਤ ਨਹੀਂ ਆਉਂਦਾ ਹੈ, ਕਿਉਂਕਿ ਸੱਤ ਨੂੰ ਝੂਠ ਦੁਆਰਾ ਨਹੀਂ ਬੋਲਿਆ ਜਾ ਸਕਦਾ। ਝੂਠ ਦੇ ਸਹਾਰੇ ਸੱਤ ਨੂੰ ਕਿਵੇਂ ਬੋਲੋਗੇ? ਇਸੇ ਕਾਰਨ ਹੀ ਤਾਂ ਕਿਹਾ ਹੈ ਨਾ, ਆ ਕਥ ਨਾ ਕਥਨਾ ਜਾਏ। ਜਿਹੜਾ ਆ ਕਥ ਹੈ ਉਹ ਕਥਨ ਵਿੱਚ ਨਹੀਂ ਆਉਂਦਾ, ਬੋਲਣ ਵਿੱਚ ਨਹੀਂ ਆਉਂਦਾ, ਕਹਿਣ ਵਿੱਚ ਨਹੀਂ ਆਉਂਦਾ। ਹਾਰ ਗਏ ਆਤਮ ਗਿਆਨੀ, ਬਹੁਤ ਕੋਸ਼ਿਸ਼ ਕੀਤੀ, ਪਰ ਜਦੋਂ ਵੀ ਕਹੋ ਤੇ ਕਹਿਣਾ ਪੈਂਦਾ ਹੈ ਆ ਸੱਤ ਦੇ ਸਹਿਯੋਗ ਨਾਲ, ਸਰੀਰ ਦੇ ਸਹਿਯੋਗ ਨਾਲ ਤੁਸੀਂ ਸੁਣੋਗੇ। ਤੇ ਜੋ ਵੀ ਤੁਸੀਂ ਸੁਣੋਗੇ ਸਰੀਰ ਦੇ ਸਹਿਯੋਗ ਨਾਲ ਬੋਲਿਆ ਹੋਇਆ, ਉਹ ਅਸੱਤ ਹੋ ਜਾਂਦਾ ਹੈ। ਪਰ ਫਿਰ ਵੀ ਖਿਆਲ ਵਿੱਚ ਇਹ ਰੱਖਣ ਯੋਗ ਹੈ ਵੀ ਇੱਕ ਅਸੱਤ ਹੈ ਸੰਸਾਰ ਦਾ, ਇੱਕ ਭਾਸ਼ਾ ਹੈ ਸੰਸਾਰ ਦੀ, ਇੱਕ ਬੋਲਣਾ ਹੈ ਸੰਸਾਰ ਦਾ। ਉਹ ਬਿਲਕੁਲ ਅਸੱਤ ਹੈ, ਕਿਉਂਕਿ ਅਸੱਤ ਦੇ ਨਾਲ ਜੋੜ ਰਿਹਾ ਹੈ। ਸੰਸਾਰਿਕ ਬੋਲਣਾ, ਸੰਸਾਰਿਕ ਭਾਸ਼ਾ, ਸੰਸਾਰਿਕ ਵਿਚਾਰਧਾਰਾ ਤੁਹਾਨੂੰ ਕਿਹਦੇ ਨਾਲ ਜੋੜਦੀ? ਅਸੱਤ ਨਾਲ। ਤੋ ਜਵੇਂ ਹੀ ਝੂਠ ਹੈ। ਤੇ ਜਿਹੜਾ ਸਤਿਪੁਰਸ਼ਾਂ ਦਾ ਬੋਲਣਾ ਹੈ ਉਹ ਧਾਰਮਿਕ ਹੈ। ਪੂਰਾ ਸੱਤ ਨਹੀਂ, ਪਰ ਅਸੱਤ ਵੀ ਨਹੀਂ ਕਹਿ ਸਕਦੇ ਹੋ, ਕਿਉਂਕਿ ਸੱਤ ਵੱਲ ਨੂੰ ਜਾਣ ਵਾਸਤੇ ਬੋਲਿਆ ਗਿਆ ਹੈ। ਮਾਰਗ ਦਰਸ਼ਨ, ਇਸ ਕਰਕੇ ਉਹਨੂੰ ਗੁਰੂ ਕਿਹਾ ਹੈ। ਗੁਰਬਾਣੀ ਨੂੰ ਵੀ ਗੁਰੂ ਇਸੇ ਕਰਕੇ ਕਿਹਾ ਹੈ ਕਿ ਗੁਰੂ ਰਸਤਾ ਦਿਖਾ ਦਿੰਦਾ ਹੈ।
ਗੁਰੂ ਇਸ਼ਾਰਾ ਕਰਦਾ ਹੈ, ਸ਼ਬਦ ਨੂੰ ਵੀ ਗੁਰੂ ਕਿਹਾ। ਗੁਰੂ ਦਰਵਾਜ਼ਾ ਹੈ, ਦਰਵਾਜ਼ੇ ਤੱਕ ਲੈ ਜਾਂਦਾ ਹੈ। ਤੇ ਜਿਹੜੇ ਸ਼ਬਦ ਹਨ ਨਾ, ਉਹਨਾਂ ਦੁਆਰਾ ਯਾਤਰਾ ਹੁੰਦੀ ਹੈ। ਉਪਦੇਸ਼ ਦੁਆਰਾ ਕਹਿ ਲਈ ਸੱਤ ਵੱਲ। ਦੇਖੋ, ਸ਼ਬਦਾਂ ਦੁਆਰਾ ਹੀ ਸੰਸਾਰ ਨਾਲ ਜੁੜਿਆ ਜਾਂਦਾ ਹੈ। ਤਦੇ ਕਿਹਾ ਹੈ ਨਾ, ਨਾਮ ਰੂਪ ਦਾ ਖੇਲ। ਨਾਮ ਕੀ ਸ਼ਬਦ, ਰੂਪ ਕੀ ਹੈ ਜੋ ਦੇਖ ਰਹੇ ਹੋ ਤੁਸੀਂ, ਰੂਪਾਇਤ, ਉਹਦੇ ਨਾਲ ਜੁੜ ਰਹੇ ਹੋ। ਅਤੇ ਸ਼ਬਦਾਂ ਦੁਆਰਾ ਸੰਸਾਰ ਨਾਲ ਜੁੜਦੇ। ਫਿਰ ਦੂਸਰੇ ਪਾਸੇ ਨੂੰ ਜਾਣਾ ਹੈ ਤਾਂ ਵੀ ਸ਼ਬਦ ਹੀ ਉਪਯੋਗੀ ਹਨ। ਸ਼ਬਦਾਂ ਦੁਆਰਾ ਹੀ ਤੁਸੀਂ ਆਸਤੇ ਆਸਤੇ ਛੁੱਟ ਸਕਦੇ ਹੋ, ਕਿਉਂਕਿ ਸ਼ਬਦ ਦਾ ਜਿੱਧਰ ਨੂੰ ਇਸ਼ਾਰਾ ਹੈ, ਸ਼ਬਦ ਸੁਣ 'ਚੋਂ ਆ ਰਿਹਾ ਹੈ, ਸੁਣ ਵੱਲ ਨੂੰ ਇਸ਼ਾਰਾ ਹੈ। ਅਤੇ ਸ਼ਬਦਾਂ ਦੁਆਰਾ ਹੀ ਸ਼ਬਦਾਂ ਨੂੰ ਛੱਡ ਕੇ ਧੁਨ ਸ਼ਬਦ ਵੱਲ ਨੂੰ ਜਾਣਾ ਹੈ। ਜਾਣਾ ਨਹੀਂ ਸ਼ਬਦ ਵੱਲੋਂ ਹੀ ਹੈ। ਸ਼ਬਦਾਂ ਨੂੰ ਛੱਡ ਛੱਡ ਕੇ। ਪਰ ਜਿਹੜੇ ਸ਼ਬਦ ਹਨ ਉਹ ਸੱਤ ਨਹੀਂ ਹਨ। ਸਿੱਖ ਇਉਂ ਹੀ ਸਮਝ ਲੈਂਦੇ ਹਨ ਅਕਸਰ, ਕਿਉਂਕਿ ਜਿਹੜੇ ਅਰਥ ਕਰਨ ਵਾਲੇ ਹਨ ਉਹ ਆਪਣੇ ਢੰਗ ਨਾਲ ਕਰਦੇ ਹਨ, ਸੰਸਾਰੀ ਹਨ। ਲਿਖਿਆ ਹੋਇਆ ਨਾ, ਵਾਹੋ ਵਾਹ ਬਾਣੀ ਨਿਰੰਕਾਰ, ਤਿਸ ਬਿਨ ਅਵਰ ਨ ਕੋਈ। ਉਹ ਨਿਰੰਕਾਰ ਕਿਹਾ ਹੈ ਵੀ ਆਕਾਰ ਤੋਂ ਰਹਿਤ ਹੈ। ਬਾਣੀ ਦਾ ਆਕਾਰ ਕੋਈ ਨਹੀਂ, ਸ਼ਬਦਾਂ ਦਾ ਆਕਾਰ ਥੋੜ੍ਹੀ ਹੈ ਕੋਈ। ਜਦੋਂ ਬਾਹਰ ਪੜ੍ਹਦੇ ਹੋ ਉਦੋਂ ਆਕਾਰ ਹੈ, ਜਦੋਂ ਅੰਦਰ ਚਲੇ ਜਾਂਦੇ ਹਨ ਉਦੋਂ ਨਿਰਾਕਾਰ ਹੈ। ਅਤੇ ਨਿਰੰਕਾਰ ਦੇ ਨਾਲ ਜੋੜਦੇ ਹਨ ਸ਼ਬਦ। ਪਰ ਬਾਹਰਲੇ ਜਿਹੜੇ ਆਕਾਰ ਹਨ ਉਹ ਵਾਸਤਵਿਕ ਥੋੜ੍ਹੇ ਹਨ ਸ਼ਬਦ। ਇਸ ਕਰਕੇ ਉਹ ਲਿਖੇ ਜਾਂਦੇ ਹਨ ਵਾਰ-ਵਾਰ, ਤੋਂ ਮਿਟ ਵੀ ਜਾਂਦੇ ਹਨ, ਨਵੇਂ ਛਾਪੇ ਜਾਂਦੇ ਹਨ। ਅਤੇ ਆਕਾਰ ਰੂਪ ਦੇ ਵਿੱਚ ਤਾਂ ਜ਼ਿਆਦਾ ਮਿਥਿਆ ਹੈ। ਫਿਰ ਨਿਰਾਕਾਰ ਰੂਪ ਦੇ ਵਿੱਚ ਆ ਜਾਂਦੇ ਹਨ, ਜਿਵੇਂ ਜਲ ਹੈ, ਪਹਿਲਾਂ ਠੋਸ ਹੈ, ਫਿਰ ਤਰਲ ਹੈ, ਫਿਰ ਭਾਫ ਬਣ ਜਾਂਦਾ। ਇੱਦਾਂ ਹੀ ਸ਼ਬਦ ਹੈ, ਠੋਸ ਹਨ, ਤਰਲ ਹਨ, ਫਿਰ ਉਹ ਬਿਲਕੁਲ ਹੀ ਸੁਣਨ ਵੱਲ ਨੂੰ ਜਾਂਦੇ ਹਨ। ਸ਼ਬਦ ਹੈ, ਧੁਨ ਹੈ, ਫਿਰ ਸੁਣਨ ਵੱਲ, ਨਿਰਾਕਾਰ ਵੱਲ ਨੂੰ ਜਾਂਦਾ। ਪਰ ਜੋ ਬਾਹਰ ਸ਼ਬਦ ਹੈ ਅਤੇ ਜਿੰਨਾ ਵੀ ਉਪਦੇਸ਼ ਹੈ, ਇਹ ਸੱਤ ਵੱਲ ਨੂੰ ਲਿਜਾਣ ਵਾਸਤੇ। ਅਤੇ ਬੋਲਿਆ ਜਾ ਰਿਹਾ ਹੈ ਸਰੀਰ ਦੁਆਰਾ। ਅਤੇ ਸਰੀਰ ਤੇ ਗੁਰੂਆਂ ਦੇ ਵੀ ਝੂਠ ਸਨ। ਉਪਦੇਸ਼ ਤੇ ਫਿਰ ਬਹੁਤ ਸਮੇਂ ਤੱਕ ਰਹਿੰਦਾ ਹੈ, ਰਹਿ ਸਕਦਾ ਹੈ, ਰਹਿੰਦਾ ਹੈ ਸਤਿਪੁਰਖਾਂ ਦਾ ਬੜੇ ਸਮੇਂ ਤੱਕ। ਸਰੀਰ ਤੇ ਜ਼ਿਆਦਾ ਝੂਠ ਹੈ। ਇਸ ਕਰਕੇ ਉਹ ਕਹਿੰਦੇ ਹਨ ਸਰੀਰ ਨਾਲ ਨਾ ਜੁੜੋ, ਤੁਸੀਂ ਉਪਦੇਸ਼ ਨਾਲ ਜੁੜ ਜਾਓ, ਕਿਉਂਕਿ ਉਪਦੇਸ਼ ਦੁਆਰਾ ਤੁਸੀਂ ਨਿਰਗੁਣ ਦੀ ਯਾਤਰਾ ਕਰੋਗੇ। ਅਗਰ ਸਰੀਰ ਨਾਲ ਜੁੜ ਗਏ ਤੁਸੀਂ ਜੜ ਨਾਲ ਜੁੜ ਗਏ, ਝੂਠ ਨਾਲ ਜੁੜ ਗਏ। ਅਤੇ ਸਿੱਖ ਜ਼ਿਆਦਾਤਰ ਝੂਠ ਨਾਲ ਜੁੜੇ ਹੋਏ ਹਨ, ਜੜ ਨਾਲ। ਜਿਵੇਂ ਮੈਂ ਕਿਹਾ ਹੈ ਵੀ ਸਰੀਰ ਦੇ ਸਾਕਸ਼ੀ ਹੋਣਾ, ਫਿਰ ਮਨ ਦੇ ਸਾਕਸ਼ੀ ਹੋਣਾ। ਇੱਦਾਂ ਹੀ ਪਹਿਲਾਂ ਬਾਹਰ ਜੋ ਰੂਪ ਹੈ ਉਹ ਤੋਂ ਮੁਕਤ ਹੋਣਾ,
ਫਿਰ ਜੋ ਉਪਦੇਸ਼ ਹੈ ਉਹਨੂੰ ਸਮਝ ਕੇ ਉਹਦੇ ਤੋਂ ਵੀ ਮੁਕਤ ਹੋਣਾ, ਕਿਉਂਕਿ ਉਹਨੂੰ ਸਮਝਣਾ ਹੈ। ਗੁਰੂ ਦੁਆਰ ਹੈ ਨਾ, ਦਰਵਾਜ਼ੇ ਤੋਂ ਅੱਗੇ ਜਾ ਕੇ, ਪਰ ਦੀਵਾਰ ਤੱਕ ਲੈ ਕੇ ਜਾਂਦਾ ਹੈ। ਇਸ ਕਰਕੇ ਅਖੀਰ ਤੱਕ ਪਕੜ ਕੇ ਰੱਖ ਸਕਦੇ ਹੋ ਤੁਸੀਂ ਉਪਦੇਸ਼ ਨੂੰ, ਪਰ ਸਰੀਰ ਤੇ ਬਿਲਕੁਲ ਮਿਥਿਆ ਹੈ ਨਾ, ਤੇ ਸਿੱਖ ਜ਼ਿਆਦਾ ਸਰੀਰਾਂ ਨੂੰ ਹੀ ਪੂਜ ਰਹੇ। ਆ 1-2 ਦਿਨ ਪਹਿਲਾਂ ਹੀ ਇੱਕ ਵੀਡੀਓ ਰਿਕਾਰਡਿੰਗ ਕਿਸੇ ਨੇ ਭੇਜੀ ਹੈ, ਉਹਦੇ ਉੱਤੇ ਇੱਕ ਵਿਰੋਧ ਕਰ ਰਿਹਾ ਹੈ ਜੋ ਊਧਮ ਸਿੰਘ ਦਾ ਬੁੱਤ ਬਣਿਆ ਹੋਇਆ ਹੈ। ਉਹ ਕਹਿੰਦਾ ਹੈ ਵੀ ਜਾਗਦੀਆਂ ਜ਼ਮੀਰਾਂ ਵਾਲੇ ਦੇਖੋ, ਸੁੱਤੇ ਹੋ ਕੇ ਜਾਗਦੇ ਹੋ ਵੀ ਬੁੱਤ ਕਿਹੋ ਜਿਹਾ ਬਣਾਤਾ। ਇਹ ਸਰਕਾਰਾਂ ਦੀ ਚਾਲ ਹੈ। ਵੀ ਮੈਂ ਇਹਨਾਂ ਨੂੰ ਪੁੱਛਦਾ ਵੀ ਤੁਸੀਂ ਕਹਿੰਦੇ ਹੋ ਨਾਲੇ ਅਸੀਂ ਬੁੱਤ ਪ੍ਰਸਤੀ ਨਹੀਂ ਹਾਂ, ਜਿਹਨੂੰ ਬੁੱਤ ਪ੍ਰਸਤੀ ਨਹੀਂ ਹੋ, ਬੁੱਤਾਂ ਨੂੰ ਨਹੀਂ ਮੰਨਦੇ ਹੋ, ਤੇ ਜੈਸਾ ਮਰਜ਼ੀ ਬਣਾ ਦੇਣ, ਜੈਸਾ ਮਰਜ਼ੀ ਬਣਾਈ ਜਾਣ, ਬੁੱਤ ਹੀ ਹੈ ਨਾ, ਤੇ ਬੁੱਤਾਂ ਨੂੰ ਮੰਨਣਾ ਹੀ ਨਹੀਂ। ਪਰ ਬੁੱਤਾਂ ਨੂੰ ਮੰਨ ਰਹੇ ਹਨ। ਇਸ ਕਰਕੇ ਕੋਈ ਗੁਰੂਆਂ ਦੀ ਤਸਵੀਰ ਵੀ ਗਲਤ ਬਣਾ ਦੇਵੇ ਨਾ, ਬੜੇ ਨਾਰਾਜ਼ ਹੁੰਦੇ। ਹੁਣ ਤਸਵੀਰ ਤੁਹਾਨੂੰ ਵੀ ਨਹੀਂ ਪਤਾ ਹੈ ਕਿ ਕਿਹੋ ਜਿਹੇ ਸਨ, ਪਰ ਕਾਲਪਨਿਕ ਬਣ ਗਈ। ਇੱਦਾਂ ਹੀ ਬੁੱਤ ਬਣ ਰਹੇ ਹਨ ਅਤੇ ਬੁੱਤਾਂ ਦੇ ਨਾਲ ਜੁੜ ਰਹੇ ਹਨ। ਬਾਹਰ ਜੁੜ ਗਏ ਨਾ, ਰੂਪਾਂ ਦੇ ਨਾਲ ਜੁੜ ਗਏ, ਸਰੂਪ ਦੇ ਨਾਲ ਜੁੜ ਗਏ, ਰੂਪ ਦੇ ਨਾਲ ਜੁੜ ਗਏ, ਰੂਪ ਦੇ ਨਾਲ ਜੁੜ ਗਏ। ਜੇ ਪੱਗ ਬੰਨ੍ਹਤੀ, ਦਸਤਾਰ ਬੰਨ੍ਹਤੀ, ਤੇ ਖੁਸ਼ ਹੋ ਜਾਣਗੇ ਵੀ ਦੇਖੋ ਸਾਡਾ ਸੀ ਊਧਮ ਸਿੰਘ।